ਨਮਸਕਾਰ ਸਾਥੀਓ, ਰੀਡ ਤੇ ਲੈਵਲ 1 ਅਤੇ 2 ਦੇ ਅੰਦਰ ਪੰਜਾਬੀ ਲੈਂਗੁਏਜ ਸੈਕਿੰਡ ਦਾ ਇੱਕ ਆਪਣਾ ਟੌਪਿਕ ਚੱਲ ਰਿਹਾ ਸੀ ਕਵਿਤਾ ਦੇ ਬਾਰੇ। ਤੇ ਉਸ ਦੇ ਅੰਦਰ ਹੁਣ ਤੱਕ ਆਪਾਂ ਦੇਖ ਚੁੱਕੇ ਹਾਂ ਕਵੀ ਦੇ ਬਾਰੇ, ਉਸ ਦੇ ਤੱਤਾਂ ਦੇ ਅੰਦਰ ਆਪਾਂ ਕਾਵੀ ਭਾਸ਼ਾ ਦੇਖ ਚੁੱਕੇ ਹਾਂ। ਤੇ ਇਸ ਤੋਂ ਪਹਿਲੇ ਇੱਕ ਵੀਡੀਓ ਦੇ ਅੰਦਰ ਆਪਾਂ ਦੇਖੇ ਸਨ ਕਵਿਤਾ ਦੀ ਪਰਿਭਾਸ਼ਾ ਤੇ ਕਵਿਤਾ ਦਾ ਅਰਥ। ਅੱਜ ਦੀ ਇਸ ਕਲਾਸ ਦੇ ਅੰਦਰ ਕਵਿਤਾ ਦੇ ਜਿਹੜੇ ਦੂਸਰੇ ਤੱਤ ਨੇ ਉਹਨਾਂ ਦੇ ਬਾਰੇ ਗੱਲ ਕਰਾਂਗੇ, ਜਿਨ੍ਹਾਂ ਦੇ ਅੰਦਰ ਵਿਚਾਰ ਆ ਜਾਂਦਾ ਹੈ, ਸਿੱਖਿਆ ਆ ਜਾਂਦੀ ਹੈ, ਸੁਰ ਤਾਲ ਆ ਜਾਂਦਾ ਹੈ। ਇਸ ਤੋਂ ਇਲਾਵਾ ਰਸ, ਛੰਦ, ਅਲੰਕਾਰ ਆ ਜਾਂਦੇ ਨੇ। ਬਿੰਬ ਕੀ ਹੁੰਦੇ ਨੇ, ਇਹਨਾਂ ਦੇ ਬਾਰੇ ਆਪਾਂ ਗੱਲ ਕਰਨੀ ਹੈ। ਤਾਂ ਉਹ ਸਾਥੀਓ ਗੱਲ ਕਰਦੇ ਹਾਂ ਆਪਾਂ ਅੱਜ ਕਵਿਤਾ ਦੇ ਅਗਲੇ ਪੁਆਇੰਟਾਂ ਦੇ ਬਾਰੇ। ਕਵਿਤਾ ਦੇ ਜੋ ਤੱਤ ਨੇ ਜਿਨ੍ਹਾਂ ਦੇ ਅੰਦਰ ਆ ਜਾਂਦਾ ਹੈ ਵਿਚਾਰ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਵਿਚਾਰ ਕਵਿਤਾ ਦੇ ਅੰਦਰ ਅਸਲ 'ਚ ਹੈ ਕੀ। ਅਜੋਕੇ ਯੁੱਗ ਵਿੱਚ ਵਿਗਿਆਨਿਕ ਤਰੱਕੀ ਕਾਰਨ ਕਵਿਤਾ ਵਿੱਚ ਵਿਚਾਰ ਤੱਤ ਦਾ ਮਹੱਤਵ ਵਧਿਆ। ਯਾਨੀ ਇਹ ਵਿਚਾਰ ਜਿਹੜਾ ਤੱਤ ਹੈ ਇਹ ਅੱਜ ਕੱਲ੍ਹ ਦੇ ਵਿਗਿਆਨਿਕ ਯੁੱਗ ਦੀ ਤਰੱਕੀ ਦੇ ਕਾਰਨ ਅਸੀਂ ਕਹਿ ਸਕਦੇ ਹਾਂ ਕਿ ਇਸ ਦਾ ਜਿਹੜਾ ਮਹੱਤਵ ਹੈ, ਇਸ ਦੀ ਜਿਹੜੀ ਜ਼ਰੂਰਤ ਹੈ ਯਾਨੀ ਲੋੜ ਹੈ ਉਹ ਜ਼ਿਆਦਾ ਹੋ ਗਈ ਹੈ। ਵਿਚਾਰ ਤੋਂ ਬਿਨਾਂ ਤਾਂ ਇੱਕ ਵਾਕ ਲਿਖਣਾ ਵੀ ਅਸੰਭਵ ਹੈ। ਇਹ ਆਪ ਸਭ ਨੂੰ ਪਤਾ ਹੋਏਗਾ ਕਿ ਜੇ ਕੋਈ ਵਿਚਾਰ ਹੀ ਨਹੀਂ ਹੈ, ਕੋਈ ਵਿਚਾਰ ਦਾ ਮਤਲਬ ਜਿਸ ਨੂੰ ਤੁਸੀਂ ਇਹ ਕਹੋਗੇ ਕਿ ਅੱਗੇ ਦੀ ਜਿਹੜੀ ਭੂਮੀ ਤੁਸੀਂ ਤਿਆਰ ਕਰਨੀ ਹੈ, ਉਸ ਦੇ ਲਈ ਜਿਹੜੀ ਜ਼ਮੀਨ ਤਿਆਰ ਕਰ ਰਹੇ ਹੋ, ਜਾਂ ਇਉਂ ਕਹੋ ਕਿ ਪਲਾਨ ਜਿਸ ਨੂੰ ਤੁਸੀਂ ਕਹਿ ਦਿੰਦੇ ਹੋ। ਫਿਰ ਇਸ ਤੋਂ ਬਿਨਾਂ ਕਵਿਤਾ ਦੀ ਸਿਰਜਣਾ ਕਿਵੇਂ ਸੰਭਵ ਹੋ ਸਕਦੀ ਹੈ। ਯਾਨੀ ਇਸ ਤੋਂ ਬਿਨਾਂ ਤਾਂ ਕਵਿਤਾ ਦੀ ਆਪਾਂ ਸਿਰਜਣਾ ਮੰਨ ਹੀ ਨਹੀਂ ਸਕਦੇ ਵਿਚਾਰ ਤੋਂ ਬਿਨਾਂ। ਕਵੀ ਇੱਕ ਸੰਵੇਦਨਸ਼ੀਲ ਮਨੁੱਖ ਹੋਣ ਕਾਰਨ ਆਪਣੇ ਆਲੇ ਦੁਆਲੇ ਤੋਂ ਜਿਹੜੇ ਅਨੁਭਵ ਪ੍ਰਾਪਤ ਕਰਦਾ ਹੈ ਉਹ ਉਸ ਦੇ ਵਿਚਾਰਾਂ ਦਾ ਆਧਾਰ ਬਣਦੇ ਨੇ। ਯਾਨੀ ਕਵੀ ਅਸਲ ਦੇ ਅੰਦਰ ਕੀ ਕਰਦਾ ਹੈ ਕਿ ਉਹ ਆਪਣੇ ਘੇਰੇ ਦੇ ਅੰਦਰੋਂ ਹੀ ਉਹ ਗੱਲਾਂ ਲੈਂਦਾ ਹੈ। ਇਹ ਨਹੀਂ ਹੈ ਕਿ ਕੋਈ ਐਸੀ ਜਗ੍ਹਾ ਤੋਂ ਲਏਗਾ ਜਿਸ ਦੇ ਬਾਰੇ ਲੋਕ ਜਾਣੂ ਹੀ ਨਾ ਹੋਣ। ਉਹ ਆਪਣੇ ਆਲੇ ਦੁਆਲੇ ਤੋਂ ਕੋਈ ਐਸੇ ਆਵਰਣ ਦੇ ਅੰਦਰੋਂ ਹੀ ਕੋਈ ਐਸੀ ਗੱਲ ਲਏਗਾ, ਕੋਈ ਐਸਾ ਘਟਨਾਕ੍ਰਮ ਲਏਗਾ, ਕੋਈ ਐਸਾ ਵਿਚਾਰ ਲਏਗਾ ਜਿਨ੍ਹਾਂ ਨੂੰ ਆਧਾਰ ਬਣਾ ਕੇ ਉਹਨੇ ਆਪਣੀ ਕਵਿਤਾ ਦੀ ਸਿਰਜਣਾ ਕਰਨੀ ਹੁੰਦੀ ਹੈ। ਕੁਝ ਵਿਦਵਾਨ ਕਵਿਤਾ ਦੀ ਭਾਸ਼ਾ, ਸ਼ਬਦ ਚੋਣ, ਸ਼ਬਦ ਜੜਤ ਵੱਲ ਵੀ ਵਧੇਰੇ ਧਿਆਨ ਦਿੰਦੇ ਨੇ। ਇਹ ਗੱਲ ਵੀ ਬੜੀ ਜ਼ਰੂਰੀ ਹੈ ਕਿ ਕਵਿਤਾ ਦੇ ਅੰਦਰ ਜੇਕਰ ਇਹ ਗੱਲ ਧਿਆਨ ਰੱਖੀ ਜਾਏ ਕਿ ਕਵਿਤਾ ਦੀ ਭਾਸ਼ਾ ਕਿਹੋ ਜਿਹੀ ਹੈ, ਸ਼ਬਦ ਚੋਣ ਯਾਨੀ ਸ਼ਬਦ ਜੋ ਸਿਲੈਕਸ਼ਨ ਕੀਤੇ ਨੇ ਜਿਹੜੇ ਕਵੀ ਨੇ ਉਹ ਕਿਸ ਪ੍ਰਕਾਰ ਦੇ ਨੇ, ਸ਼ਬਦ ਜੜਤ ਯਾਨੀ ਉਸ ਨੂੰ ਸ਼ਬਦਾਂ ਨੂੰ ਕਵਿਤਾ ਦੇ ਅੰਦਰ ਰੱਖਿਆ ਕਿਵੇਂ ਗਿਆ ਹੈ। ਇਸ ਗੱਲ ਦੇ ਉੱਪਰ ਵੀ ਕਈ ਵਿਦਵਾਨਾਂ ਨੇ ਵਿਸ਼ੇਸ਼ ਧਿਆਨ ਦਿੱਤਾ ਹੈ ਕਿ ਇਹ ਵੀ ਗੱਲਾਂ ਵਿਚਾਰਨਯੋਗ ਨੇ। ਉਹ ਕਵਿਤਾ ਨੂੰ ਵਿਚਾਰਾਂ ਦਾ ਵਾਹਨ ਨਹੀਂ ਸਮਝਦੇ, ਯਾਨੀ ਕਵਿਤਾ ਨੂੰ ਵਿਚਾਰਾਂ ਦਾ ਵਾਹਨ ਨਹੀਂ ਕਿਹਾ ਗਿਆ ਹੈ। ਅਸਲ ਦੇ ਅੰਦਰ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਆਪਣੇ ਕੋਲ ਕਵਿਤਾ ਦੀ ਜਿਹੜੀ ਜਿੰਨੇ ਵੀ ਸ਼ਬਦ ਹੁੰਦੇ ਨੇ, ਜਾਂ ਫਿਰ ਇਉਂ ਕਹੀਏ ਕਿ ਜਿਹੜਾ ਉਹ ਇੱਕ ਵਿਚਾਰ ਕਵਿਤਾ ਦੇ ਅੰਦਰ ਰੱਖਣ ਜਾ ਰਿਹਾ ਹੈ ਤਾਂ ਉਹ ਇਸ ਪ੍ਰਕਾਰ ਨਾਲ ਪੇਸ਼ ਕਰਦਾ ਕਿ ਉਹ ਕੋਈ ਵਸਤੂਆਂ ਦੇ ਮਾਰਫਤ ਉਹਨਾਂ ਨੂੰ ਸਮਝਾ ਕੇ, ਕੋਈ ਐਗਜ਼ਾਮਪਲ ਦੇ ਕੇ ਉਹਨਾਂ ਨੂੰ ਉਹਨਾਂ ਦੇ ਮਨਾਂ ਤੱਕ, ਆਮ ਲੋਕਾਂ ਦੇ ਮਨਾਂ ਤੱਕ ਕਵੀ ਹੈ ਜਿਹੜਾ ਪਹੁੰਚ ਬਣਾ ਲੈਂਦਾ ਹੈ। ਅਤੇ ਵਸਤੂ ਦੀ ਥਾਂ ਰੂਪ ਉੱਪਰ ਵਧੇਰੇ ਜ਼ੋਰ ਦਿੰਦੇ ਨੇ। ਹੁਣ ਵਸਤੂ ਦੀ ਵਰਤੋਂ ਨਹੀਂ ਕਰਦੇ, ਸਗੋਂ ਕਿ ਉਸ ਦੇ ਰੂਪ ਦੀ ਵਰਤੋਂ ਕਰਦੇ ਹੋਏ ਲੋਕਾਂ ਦੀ ਮਨ ਦੀ ਗਹਿਰਾਈ ਦੇ ਅੰਦਰ ਪਹੁੰਚ ਜਾਂਦੇ ਨੇ। ਅਸਲ ਵਿੱਚ ਕਵੀ ਆਪਣੀ ਮਤ ਬੁੱਧ ਅਨੁਸਾਰ ਕਵਿਤਾ ਦੀ ਸਿਰਜਣਾ ਕਰਦਾ ਹੈ। ਇਸ ਲਈ ਕਵਿਤਾ ਵਿੱਚ ਕੋਈ ਗੱਲ ਕਹੀ ਗਈ ਹੁੰਦੀ ਹੈ, ਕੋਈ ਸੁਨੇਹਾ ਹੁੰਦਾ ਹੈ, ਕੋਈ ਸਿੱਖਿਆ ਜਾਂ ਉਪਦੇਸ਼ ਹੁੰਦਾ ਹੈ। ਤੁਸੀਂ ਜਿਸ ਨੂੰ ਸਿੱਖਿਆ ਕਹਿ ਦਿਓ, ਤੁਸੀਂ ਉਸ ਨੂੰ ਵਿਚਾਰ ਕਹਿ ਦਿਓ, ਉਸ ਨੂੰ ਤੁਸੀਂ ਉਪਦੇਸ਼ ਕਹਿ ਦਿਓ, ਤੁਸੀਂ ਉਸ ਨੂੰ ਸੁਨੇਹਾ ਕਹਿ ਦਿਓ, ਇੱਕੋ ਹੀ ਗੱਲ ਹੈ, ਫਰਕ ਨਹੀਂ ਆਏਗਾ। ਯਾਨੀ ਵਿਚਾਰਹੀਨ ਕਵਿਤਾ ਨਹੀਂ ਹੋ ਸਕਦੀ, ਬਿਨਾਂ ਕਿਸੇ ਸਿੱਖਿਆ ਤੋਂ ਕੋਈ ਕਵਿਤਾ ਨਹੀਂ ਹੋ ਸਕਦੀ। ਜਾਂ ਫਿਰ ਇਉਂ ਕਹੋ ਕਿ ਜਿਸ ਦੇ ਅੰਦਰ ਕੁਛ ਦੱਸਿਆ ਹੀ ਨਾ ਗਿਆ ਹੋਵੇ ਤਾਂ ਉਹਨੂੰ ਕਵਿਤਾ ਨਹੀਂ ਕਹਿ ਸਕਦੇ। ਕਵਿਤਾ ਉਹੀ ਹੋਏਗੀ ਜਿਹੜੀ ਸਾਨੂੰ ਕੋਈ ਨਾ ਕੋਈ ਸੰਦੇਸ਼ ਦੇ ਰਹੀ ਹੈ, ਕੋਈ ਸੁਨੇਹਾ ਦੇ ਰਹੀ ਹੈ, ਕੋਈ ਉਪਦੇਸ਼ ਦੇ ਰਹੀ ਹੈ, ਕੋਈ ਗਿਆਨ ਦੇ ਰਹੀ ਹੈ। ਇਉਂ ਕਹੋ ਕਿ ਕੋਈ ਜਿਸ ਦੇ ਅੰਦਰ ਵਿਚਾਰ ਹੈ ਉਹ ਅਸਲ ਦੇ ਅੰਦਰ ਕਵਿਤਾ ਹੈ। ਤਾਂ ਵਿਚਾਰ ਇੱਕ ਲਾਜ਼ਮੀ ਤੱਤ ਕਵਿਤਾ ਦਾ ਬਣ ਜਾਂਦਾ ਹੈ, ਖਾਸ ਤੌਰ 'ਤੇ ਅਜੋਕੇ ਦੌਰ ਦੇ ਅੰਦਰ। ਜਾਂ ਫਿਰ ਕਿਸੇ ਹਾਲਾਤ ਦਾ ਵਰਣਨ ਹੁੰਦਾ ਹੈ। ਸੌਖੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਕਵਿਤਾ ਵਿੱਚ ਵਿਸ਼ੇ ਦੇ ਰੂਪ ਵਿੱਚ ਜੋ ਕੁਝ ਪੇਸ਼ ਹੁੰਦਾ ਹੈ ਉਹੀ ਵਿਚਾਰ ਹੈ। ਹੁਣ ਵਿਚਾਰ ਹੈ ਕੀ?
ਹੁਣ ਗੱਲ ਇਹ ਆ ਜਾਂਦੀ ਹੈ ਕਿ ਵਿਚਾਰ ਹੈ ਕੀ। ਤਾਂ ਇੱਥੇ ਗੱਲ ਇਹ ਸਾਫ਼ ਤੌਰ 'ਤੇ ਦੱਸੀ ਗਈ ਹੈ ਕਿ ਵਿਚਾਰ ਕੀ ਹੈ। ਜਿਵੇਂ ਕਿ ਇੱਥੇ ਦੱਸਿਆ ਹੈ ਕਿ ਸੌਖੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਕਵਿਤਾ ਵਿੱਚ ਵਿਸ਼ੇ ਦੇ ਰੂਪ ਵਿੱਚ ਜੋ ਕੁਝ ਪੇਸ਼ ਹੈ, ਯਾਨੀ ਇੱਕ ਵਿਸ਼ਾ ਤਾਂ ਸਮਝਦੇ ਹੋਵੋਗੇ, ਯਾਨੀ ਜੋ ਉਸਨੇ ਟੌਪਿਕ ਲਿਆ ਹੈ, ਤਾਂ ਉਸ ਦੇ ਸੰਬੰਧ 'ਚ ਜਿਹੜੀਆਂ ਗੱਲਾਂ ਉਹ ਕਵਿਤਾ ਦੇ ਅੰਦਰ ਕਵੀ ਕਰਦਾ ਹੈ, ਪੇਸ਼ ਕਰਦਾ ਹੈ, ਉਹ ਆਪਣੀ ਵਿਚਾਰ ਉਹ ਕਹੇ ਜਾ ਸਕਦੇ ਨੇ। ਯਾਨੀ ਕਵੀ ਨੇ ਜੋ ਇੱਕ ਟੌਪਿਕ ਲਿਆ, ਮੰਨ ਲਓ ਕਿ ਉਸਨੇ ਸਮਾਜ ਦੇ ਅੰਦਰੋਂ ਕੋਈ ਇਸ ਪ੍ਰਕਾਰ ਦਾ ਟੌਪਿਕ ਲੈ ਲਿਆ ਜਿਸ ਦੇ ਅੰਦਰ ਸਮਾਜ ਨੂੰ ਕੋਈ ਸੁਨੇਹਾ ਦੇਣਾ ਚਾਹ ਰਿਹਾ ਹੈ, ਜਿਸ ਦੇ ਅੰਦਰ ਮੰਨ ਲਓ ਸਮਾਜ ਦੇ ਅੰਦਰ ਨਸ਼ਾਖੋਰੀ ਜਿਹੜਾ ਉਹ ਵੱਧ ਰਿਹਾ, ਤਾਂ ਉਹ ਕੋਈ ਹਵਾਲੇ ਲਏਗਾ, ਹਵਾਲੇ ਲੈ ਕੇ ਆਪਣੀ ਕਵਿਤਾ ਦੇ ਰਾਹੀਂ ਉਹ ਦੱਸਣ ਦੀ ਕੋਸ਼ਿਸ਼ ਕਰੇਗਾ। ਉਹ ਹਵਾਲੇ ਹੋਣਗੇ ਜਿਹੜੇ ਉਹ ਕਿਸੇ ਵਿਚਾਰ ਦੀ ਪੂਰਤੀ ਕਰਨ ਵਾਲੇ ਹੋਣਗੇ। ਕਵਿਤਾ ਦੇ ਇਹੋ ਵਿਚਾਰ ਸਾਨੂੰ ਟੁੰਬਦੇ, ਪ੍ਰੇਰਦੇ ਅਤੇ ਆਲੇ ਦੁਆਲੇ ਪ੍ਰਤੀ ਚੇਤਨ ਕਰਦੇ ਨੇ। ਯਾਨੀ ਬਸ ਇਹ ਜਿਹੜੇ ਵਿਚਾਰ ਹੀ ਹੁੰਦੇ ਨੇ ਜਿਹੜੇ ਉਹ ਸਾਡੇ ਮਨ ਦੇ ਉੱਪਰ ਅਸਰ ਪਾਉਂਦੇ ਨੇ, ਸਾਡੇ ਮਨ ਨੂੰ ਛੂਹ ਜਾਂਦੇ ਨੇ, ਸਾਨੂੰ ਪ੍ਰੇਰਨਾ ਦਿੰਦੇ ਨੇ ਅਤੇ ਸਾਨੂੰ ਜਗਾ ਦਿੰਦੇ ਨੇ। ਚੇਤਨ ਕਰਨਾ ਮਤਲਬ ਸਾਨੂੰ ਜਗਾ ਦਿੰਦੇ ਨੇ, ਕਿਉਂਕਿ ਚੇਤਨਤਾ ਤੋਂ ਸੰਬੰਧਿਤ ਵੀ ਗੱਲਾਂ ਜਿਹੜੀਆਂ ਸਾਈਕੋ ਦੇ ਅੰਦਰ ਆਪ ਨੂੰ ਮਿਲਣਗੀਆਂ। ਇਸ ਲਈ ਮੈਂ ਕਹਾਂਗਾ ਕਿ ਸਾਈਕੋ ਵਾਲਾ ਟੌਪਿਕ ਵੀ ਇੰਪੋਰਟੈਂਟ ਆ ਆਪਦਾ, ਅਤੇ ਸਾਈਕੋ ਵਾਲੇ ਬਹੁਤ ਸਾਰੀਆਂ ਚੀਜ਼ਾਂ ਨੇ, ਹਰ ਇੱਕ ਭਾਸ਼ਾ ਦੇ ਉੱਪਰ ਉਸ ਦੀ ਛਾਪ ਅਸੀਂ ਕਹਿ ਸਕਦੇ ਹਾਂ ਬਣੀ ਰਹਿੰਦੀ ਹੈ, ਹਰ ਵੇਲੇ ਬਣੀ ਰਹਿੰਦੀ ਹੈ, ਪ੍ਰਤਿਅਕਸ਼ ਕਹਿ ਲਓ, ਅਪ੍ਰਤਿਅਕਸ਼ ਕਹਿ ਲਓ। ਕਾਲਰੀਜ਼ ਨੇ ਤਾਂ ਇੱਥੋਂ ਤੱਕ ਕਿਹਾ ਕਿ ਕੋਈ ਕਵੀ ਉਦੋਂ ਤੱਕ ਚੰਗਾ ਕਵੀ ਨਹੀਂ ਬਣ ਸਕਦਾ ਜਦੋਂ ਤੱਕ ਉਹ ਪੂਰਾ ਵਿਚਾਰਵਾਨ ਫਿਲਾਸਫਰ ਨਹੀਂ ਹੁੰਦਾ। ਇਹ ਗੱਲ ਕਿਹਨੇ ਕਹੀ ਹੈ? ਕਾਲਰੀਜ਼ ਨੇ ਕਹੀ ਹੈ। ਇਸ ਪ੍ਰਕਾਰ ਦੀਆਂ ਗੱਲਾਂ ਨੋਟ ਕਰ ਲਿਆ ਕਰੋ, ਇਸ ਪ੍ਰਕਾਰ ਦੀਆਂ ਗੱਲਾਂ ਨੋਟ ਕਰ ਲਿਆ ਕਰੋ। ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਕਹੋ, ਸਗੋਂ ਕਿ ਇਹ ਗਿਆਨਵਰਤਕ ਗੱਲਾਂ ਹੁੰਦੀਆਂ ਨੇ, ਅਤੇ ਇਸ ਪ੍ਰਕਾਰ ਦੀਆਂ ਗੱਲਾਂ ਤੁਹਾਡੇ ਦਿਮਾਗ 'ਚ ਸਦਾ ਲਈ ਬਣੀਆਂ ਰਹਿ ਜਾਂਦੀਆਂ ਨੇ, ਜਿਹੜੀਆਂ ਅੱਗੇ ਪ੍ਰਸ਼ਨ ਹੱਲ ਕਰਨ ਦਾ ਰਸਤਾ ਪੱਧਰਾ ਕਰਦੀਆਂ ਨੇ। ਜਾਂ ਕਾਲਰੀਜ਼ ਨੇ ਕਾਲਰੀਜ਼ ਹੈ ਇਸ ਦਾ ਸਹੀ ਨਾਮ, ਮੈਂ ਕਾਲਰੀਜ਼ ਰਿਪੀਟ ਕਰ ਲੈਣਾ ਇਸ ਨੂੰ। ਕਾਲਰੀਜ਼ ਹੈ ਜਿਹੜਾ, ਉਸਨੇ ਇਹ ਗੱਲ ਕਹੀ ਹੈ ਕਿ ਇੱਕ ਚੰਗਾ ਕਵੀ ਬਣਨ ਦੇ ਲਈ ਉਹੀ ਇਨਸਾਨ ਬਣ ਸਕਦਾ ਹੈ ਜਿਹੜਾ ਕਿ ਪੂਰਾ ਇੱਕ ਵਿਚਾਰਵਾਨ ਫਿਲਾਸਫਰ ਹੋਵੇ। ਡਾਕਟਰ ਸਤਿੰਦਰ ਸਿੰਘ ਦਾ ਵਿਚਾਰ ਹੈ ਕਿ ਅਸਲ ਵਿੱਚ ਕਵਿਤਾ ਲਈ ਵਿਚਾਰ ਤੱਤ ਦੀ ਹੋਂਦ ਕਿਸੇ ਨਾ ਕਿਸੇ ਰੂਪ ਵਿੱਚ ਲੋੜੀਂਦੀ ਜ਼ਰੂਰ ਹੈ। ਇਸੇ ਲਈ ਅਸੀਂ ਦੇਖਦੇ ਹਾਂ ਕਿ ਭਾਵੇਂ ਫਰਾਂਸ ਦੇ ਸੂਝਵਾਦੀ ਕਵੀ ਇਹ ਕਹਿੰਦੇ ਹਨ ਕਿ ਉਹਨਾਂ ਦੀਆਂ ਕਵਿਤਾਵਾਂ ਵਿਚਾਰਾਂ ਦਾ ਸੰਚਾਰ ਕਰਨ ਲਈ ਨਹੀਂ ਹਨ, ਪਰ ਫਿਰ ਵੀ ਇਹਨਾਂ ਦੀਆਂ ਕਵਿਤਾਵਾਂ ਵਿੱਚ ਉੱਚਤਮ ਵਿਚਾਰ ਅਭਿਵਿਅਕਤ ਹੋਏ ਮਿਲਦੇ ਨੇ। ਲੋੜ ਇਸ ਗੱਲ ਦੀ ਹੈ ਕਿ ਕਵਿਤਾ ਵਿੱਚ ਵਿਚਾਰ ਦੇ ਨਾਲ ਨਾਲ ਬਾਕੀ ਦੇ ਕਲਾਤਮਕ ਤੱਤਾਂ ਨੂੰ ਵੀ ਪੂਰੀ ਤਰ੍ਹਾਂ ਧਿਆਨ ਵਿੱਚ ਰੱਖਿਆ ਜਾਵੇ। ਹੁਣ ਜ਼ਰੂਰਤ ਕੀ ਹੋ ਜਾਂਦੀ ਹੈ? ਜ਼ਰੂਰਤ ਇਹ ਹੋ ਜਾਂਦੀ ਹੈ ਕਿ ਜਿੱਥੇ ਹੀ ਆਪਣੇ ਕੋਲ ਕਵਿਤਾ ਦੇ ਅੰਦਰ ਇੱਕ ਵਿਚਾਰ ਹੈ, ਤਾਂ ਵਿਚਾਰ ਦੇ ਨਾਲ ਬਾਕੀ ਦੇ ਜਿਹੜੇ ਆਪਣੇ ਤੱਤ ਹੋ ਜਾਂਦੇ ਨੇ, ਉਹਨਾਂ ਨੂੰ ਆਪਾਂ ਕਵਿਤਾ ਦੇ ਅੰਦਰ ਕਿਸ ਤਰੀਕੇ ਨਾਲ ਪੇਸ਼ ਕਰ ਰਹੇ ਹਾਂ, ਉਹਨਾਂ ਨੂੰ ਆਪਾਂ ਕਿਸ ਢੰਗ ਦੇ ਨਾਲ ਸਜਾ ਰਹੇ ਹਾਂ, ਜੜ ਰਹੇ ਹਾਂ, ਇਹ ਗੱਲ ਵੀ ਇੱਕ ਜ਼ਰੂਰੀ ਹੋ ਜਾਂਦੀ ਹੈ। ਫਿਰ ਇਸ ਤੋਂ ਅੱਗੇ ਇੱਕ ਇਸ ਦੇ ਬਾਰੇ ਗੱਲ ਕਹੀ ਗਈ, ਵਿਲਸਨ ਦੀ ਗੱਲ ਹੈ ਇਸ ਦੇ ਅੰਦਰ, ਉਹ ਆਪਾਂ ਦੇਖ ਲੈਂਦੇ ਹਾਂ ਕਿ ਵਿਲਸਨ ਕੀ ਕਹਿੰਦਾ ਹੈ। ਕਿ ਵਿਲਸਨ ਕਵਿਤਾ ਨੂੰ ਭਾਵਨਾਵਾਂ ਦੇ ਰੰਗ ਵਿੱਚ ਰੰਗੀ ਬੌਧਿਕਤਾ ਆਖਦਾ ਹੈ। ਯਾਨੀ ਵਿਲਸਨ ਨੇ ਕੀ ਕਿਹਾ ਹੈ ਕਿ ਕਵਿਤਾ ਹੈ ਜਿਹੜੀ ਉਹ ਭਾਵਨਾਵਾਂ, ਭਾਵ ਤਾਂ ਤੁਸੀਂ ਸਮਝ ਰਹੀ ਹੋਵੋਗੇ, ਭਾਵਨਾਵਾਂ ਜਿਹੜੇ ਮਨ ਦੇ ਸਾਡੇ ਜਜ਼ਬਾਤ ਹੁੰਦੇ ਨੇ, ਖਿਆਲ ਹੁੰਦੇ ਨੇ, ਤਾਂ ਉਹਨਾਂ ਨੂੰ ਕਿਹਾ ਜਾਂਦਾ, ਉਹਨਾਂ ਦੇ ਰੰਗ ਵਿੱਚ ਬੱਝੀ ਹੋਈ ਇੱਕ ਬੌਧਿਕਤਾ ਕਹਿ ਸਕਦੇ ਹੋ। ਇਹ ਗੱਲ ਕੌਣ ਕਹਿੰਦਾ? ਇਹ ਵਿਲਸਨ ਕਹਿੰਦਾ ਹੈ। ਇਹ ਖਾਸ ਤੌਰ 'ਤੇ ਮੈਂ ਇਸੇ ਲਈ ਇਸ ਪੁਸਤਕ ਨੂੰ ਚੁਣਿਆ ਹੈ, ਹਾਲਾਂਕਿ ਇਸ ਤੋਂ ਇਲਾਵਾ ਵੀ ਬਹੁਤ ਜਗ੍ਹਾ ਆਪ ਨੂੰ ਇਹ ਟੌਪਿਕ ਮਿਲ ਜਾਏਗਾ। ਇਸ ਪੁਸਤਕ ਨੂੰ ਮੈਂ ਇਸ ਲਈ ਚੁਣਿਆ ਹੈ ਕਿ ਆਪ ਨੇ ਦੇਖਿਆ ਹੋਵੇਗਾ ਕਿ ਪਿਛਲੇ ਵਰ੍ਹਿਆਂ ਦੇ ਅੰਦਰ ਬਹੁਤ ਸਾਰੇ ਪ੍ਰਸ਼ਨਾਂ ਦੇ ਚੈਲੰਜ ਹੁੰਦੇ ਨੇ, ਅਤੇ ਜਦੋਂ ਚੈਲੰਜ ਹੁੰਦੇ ਨੇ ਤਾਂ ਉਸ ਦੇ ਲਈ ਆਧਾਰ ਬਣਾਇਆ ਜਾਂਦਾ ਪ੍ਰਮਾਣਿਕ ਬੁੱਕਾਂ ਨੂੰ। ਅਤੇ ਪ੍ਰਮਾਣਿਕ ਬੁੱਕਾਂ ਉਹ ਹੁੰਦੀਆਂ ਨੇ ਜਿਹੜੀਆਂ ਕਿਸੇ ਗੌਰਮੈਂਟ ਬੋਰਡ ਦੀਆਂ ਹੁੰਦੀਆਂ ਨੇ, ਜਾਂ ਫਿਰ ਇਹ ਕਹੋ ਕਿ ਕਿਸੇ ਵੱਡੀਆਂ ਪ੍ਰਕਾਸ਼ਕ ਨੇ, ਜਿਹੜੇ ਨਾਮੀ ਪ੍ਰਕਾਸ਼ਕ ਹੁੰਦੇ ਨੇ, ਨਾਮੀ ਰਾਈਟਰ ਹੁੰਦੇ ਨੇ, ਉਹਨਾਂ ਦੀਆਂ ਬੁੱਕਾਂ ਹੁੰਦੀਆਂ ਨੇ, ਉਹਨਾਂ ਨੂੰ ਪ੍ਰਮਾਣਿਕਤਾ ਦੀ ਜਗ੍ਹਾ ਦਿੱਤੀ ਜਾਂਦੀ ਹੈ। ਤਾਂ ਇਸੇ ਲਈ ਮੈਂ ਕੋਸ਼ਿਸ਼ ਕੀਤੀ ਹੈ ਕਿ ਆਪ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਾਹਿਤ ਬੋਧ ਪੁਸਤਕ ਦੇ ਅੰਦਰੋਂ ਟੌਪਿਕ ਵੀ ਜ਼ਰੂਰ ਕਰਵਾਵਾਂ। ਹਾਲਾਂਕਿ ਇਸ ਤੋਂ ਬਾਅਦ 'ਚ ਵੀ ਮੈਂ ਇਹ ਟੌਪਿਕ ਦੂਸਰੇ
ਜਿਹੜੇ ਵਿਦਵਾਨ ਨੇ ਕੁਝ ਹੋਰ ਪ੍ਰਕਾਸ਼ਕ ਨੇ ਉਹਨਾਂ ਦੀਆਂ ਵੀ ਟੌਪਿਕ ਕੰਪਲੀਟ ਕਰਵਾਵਾਂਗਾ। ਮੈਂ ਆਪ ਨੂੰ ਦੱਸਣਾ ਚਾਹਾਂਗਾ ਕਿ ਇਸ ਚੈਨਲ ਦੇ ਉੱਪਰ ਜੋ ਵੀ ਆਪ ਨੂੰ ਪੰਜਾਬੀ ਸੰਬੰਧਿਤ ਪੜ੍ਹਾਈ ਕਰਵਾਈ ਜਾ ਰਹੀ ਹੈ, ਟੌਪਿਕ ਹੱਲ ਕਰਵਾਏ ਜਾ ਰਹੇ ਨੇ, ਜ਼ਿਆਦਾਤਰ ਕੋਸ਼ਿਸ਼ ਹੈ ਕਿ ਉਹ ਆਪ ਨੂੰ ਪ੍ਰਮਾਣਿਕ ਬੁੱਕਾਂ ਦੇ ਅੰਦਰੋਂ ਹੀ ਲੈ ਕੇ ਪੜ੍ਹਾਏ ਜਾ ਰਹੇ ਨੇ। ਕੁਝ ਕੁ ਇਹਨਾਂ ਦੇ ਅੰਦਰੋਂ ਹੀ ਸ਼ਾਰਟ ਟਾਈਪ ਮੇਰੇ ਖੁਦ ਦੇ ਤਿਆਰ ਕੀਤੇ ਹੋਏ ਨੋਟਸ ਹੁੰਦੇ ਨੇ ਤੁਸੀਂ ਕਹਿ ਲਓ, ਜਾਂ ਫਿਰ ਓਲਡ ਮੇਰੀਆਂ ਜੋ ਬੁੱਕਾਂ ਸਨ ਤਾਂ ਉਹਨਾਂ ਦੇ ਪਾਰਟ ਨੇ ਮੈਂ ਉਹ ਆਪ ਦੇ ਸਾਹਮਣੇ ਜ਼ਰੂਰ ਰੱਖੇ ਨੇ। ਨਿਰਸੰਦੇਹ ਵਿਚਾਰ ਤੱਤ ਭਾਵਾਂ ਜਜ਼ਬਾਤਾਂ ਦੇ ਵਹਿਣ ਨੂੰ ਇੱਕ ਸੁਨਿਸ਼ਚਿਤ ਤਰਤੀਬ ਦੇ ਕੇ ਕਵਿਤਾ ਦੀ ਕਲਾਤਮਕਤਾ ਵਿੱਚ ਵਾਧਾ ਕਰਦੇ ਨੇ। ਤਾਂ ਇਸ ਹਿਸਾਬ ਨਾਲ ਆਪਾਂ ਕਹਿ ਸਕਦੇ ਹਾਂ ਕਿ ਇੱਕ ਵਿਚਾਰ ਜਿਹੜਾ ਤੱਤ ਹੈ ਉਹ ਭਾਵਾਂ ਜਜ਼ਬਿਆਂ ਦੇ ਵਹਿਣ ਨੂੰ ਇੱਕ ਇਸ ਪ੍ਰਕਾਰ ਦੇ ਨਾਲ ਤਰਤੀਬ ਦੇ ਅੰਦਰ ਕਵਿਤਾ ਦੇ ਅੰਦਰ ਕਲਾ ਦੇ ਰਾਹੀਂ ਪੇਸ਼ ਕਰਦਾ ਹੈ ਕਿ ਕਵਿਤਾ ਦੇ ਅੰਦਰ ਹੋਰ ਇੱਕ ਉਸ ਦੀ ਸੁੰਦਰਤਾ ਦੇ ਅੰਦਰ ਵਾਧਾ ਹੋ ਜਾਂਦਾ ਹੈ। ਤਾਂ ਅਸੀਂ ਇਹ ਕਹਾਂਗੇ ਕਿ ਜਿੱਥੇ ਕਵਿਤਾ ਦੇ ਤੱਤਾਂ ਦੇ ਅੰਦਰ ਇੱਕ ਚੰਗੀ ਕਾਵੀ ਭਾਸ਼ਾ ਹੋਣੀ ਚਾਹੀਦੀ ਹੈ, ਉੱਥੇ ਇੱਕ ਵਿਚਾਰ ਵੀ ਆਪਣਾ ਖਾਸ ਥਾਂ ਰੱਖਦਾ ਹੈ। ਇਸ ਤੋਂ ਬਾਅਦ 'ਚ ਆਪਾਂ ਇਸ ਦੇ ਅੰਦਰ ਅੱਜ ਦੀ ਕਲਾਸ ਦੇ ਅੰਦਰ ਪ੍ਰਤੀਕ ਤੇ ਚਿੰਨ੍ਹ ਦੇ ਬਾਰੇ ਹੋਰ ਦੇਖਾਂਗੇ ਕਿ ਪ੍ਰਤੀਕ ਤੇ ਚਿੰਨ੍ਹ ਅਸਲ ਦੇ ਅੰਦਰ ਹੁੰਦੇ ਕੀ ਨੇ। ਤੁਸੀਂ ਸੁਣਿਆ ਹੋਏਗਾ, ਪੜ੍ਹਿਆ ਹੋਏਗਾ, ਇਸ ਦੇ ਬਾਰੇ ਪ੍ਰਸ਼ਨ ਵੀ ਆਪ ਨੂੰ ਪੁੱਛਿਆ ਜਾ ਸਕਦਾ ਹੈ ਰੀਟ ਦੇ ਅੰਦਰ। ਪ੍ਰਤੀਕ ਤੇ ਚਿੰਨ੍ਹ ਕਵਿਤਾ ਦਾ ਹੀ ਇੱਕ ਤੱਤ ਮੰਨੇ ਜਾਂਦੇ ਨੇ, ਕੀ ਨੇ ਤੇ ਇਹਨਾਂ ਦੀ ਕਿਵੇਂ ਪਹਿਚਾਣ ਕਰੀਏ, ਆਓ ਆਪਾਂ ਦੇਖਦੇ ਹਾਂ। ਪ੍ਰਤੀਕ ਤੇ ਚਿੰਨ੍ਹ ਕਵਿਤਾ ਵਿੱਚ ਵਰਤੇ ਗਏ ਅਜਿਹੇ ਸ਼ਬਦ ਹੁੰਦੇ ਹਨ ਜਿਹੜੇ ਅਣਕਹੇ ਅਤੇ ਅਣਵੇਖੇ ਵਿਸ਼ੇ ਦੀ ਪ੍ਰਤੀਨਿਧਤਾ ਕਰਦੇ ਨੇ। ਯਾਨੀ ਪ੍ਰਤੀਕ ਤੇ ਚਿੰਨ੍ਹ ਕਿਹੜੇ ਹੁੰਦੇ ਨੇ? ਸਾਫ਼ ਤੌਰ 'ਤੇ ਇੱਥੇ ਲਿਖਿਆ ਗਿਆ ਕਿ ਅਣਕਹੇ ਯਾਨੀ ਜਿਸ ਨੂੰ ਕਦੇ ਦੱਸਿਆ ਨਹੀਂ ਗਿਆ, ਕਿਹਾ ਨਹੀਂ ਗਿਆ, ਤੇ ਅਣਵੇਖੇ ਯਾਨੀ ਜਿਨ੍ਹਾਂ ਨੂੰ ਦੇਖਿਆ ਨਹੀਂ ਹੈ। ਆਪ ਨੂੰ ਇਹ ਪਹਿਰਾ ਵੀ ਜਿਹੜਾ ਮਿਲਣ ਜਾ ਰਿਹਾ ਨਾ ਉਹ ਅਣਡਿੱਠਾ ਵਾਰਤਾ ਕਾਵੀ ਟੋਟਾ ਹੈ। ਯਾਨੀ ਇਹ ਮੰਨਿਆ ਜਾਏਗਾ ਕਿ ਤੁਸੀਂ ਸ਼ਾਇਦ ਇਹ ਨਹੀਂ ਪੜ੍ਹਿਆ ਹੋਵੇਗਾ। ਹੋ ਸਕਦਾ ਤੁਸੀਂ ਸਾਹਿਤ ਨਾਲ ਸੰਬੰਧਿਤ ਹੋ ਅਤੇ ਤੁਸੀਂ ਪਹਿਲਾਂ ਪੜ੍ਹਿਆ ਹੋਵੇ। ਅਤੇ ਮੈਂ ਇੱਥੇ ਇੱਕ ਸੁਝਾਅ ਵੀ ਦੇਣਾ ਚਾਹਾਂਗਾ ਕਿ ਰੀਟ ਲੈਵਲ 2 ਪੰਜਾਬੀ ਦੇ ਤੌਰ 'ਤੇ ਜੇਕਰ ਤੁਸੀਂ ਪੜ੍ਹ ਰਹੇ ਹੋ ਤਾਂ ਜੋ ਆਪ ਨੂੰ ਪੁਸਤਕਾਂ ਮਿਲ ਰਹੀਆਂ ਨੇ 9ਵੀਂ 10ਵੀਂ 11ਵੀਂ 12ਵੀਂ ਦੀਆਂ ਕਵਿਤਾ ਦੀਆਂ ਪੁਸਤਕਾਂ ਮਿਲ ਰਹੀਆਂ ਨੇ, ਉਹ ਕਵਿਤਾਵਾਂ ਦਾ ਅਧਿਐਨ ਕਰ ਲੈਣਾ, ਖਾਸ ਤੌਰ 'ਤੇ ਆਧੁਨਿਕ ਕਵਿਤਾ ਦਾ ਅਧਿਐਨ ਕਰ ਲੈਣਾ। ਪਹਿਰਾ ਆਧੁਨਿਕ ਕਵਿਤਾ ਦੇ ਅੰਦਰੋਂ ਪੁੱਛੇ ਜਾਣ ਦੀ 90% ਚਾਂਸ ਹੈ ਅਤੇ ਇਹਨਾਂ ਬੁੱਕਾਂ ਦੇ ਅੰਦਰੋਂ ਹੀ ਪੁੱਛੇ ਜਾਣ ਦੀ ਇਹ ਚਾਂਸ ਨੇ। ਇਹ ਨਹੀਂ ਕਿ ਇੱਦਾਂ ਦਾ ਪਹਿਰਾ ਲਿਆਏਗਾ ਜਿਹੜਾ ਆਪ ਨੂੰ ਪਤਾ ਹੀ ਨਹੀਂ ਹੈ, ਕੋਈ MA ਦੇ ਲਿਟਰੇਚਰ ਦੇ ਅੰਦਰੋਂ ਉਠਾ ਰਿਹਾ, ਇੱਦਾਂ ਨਹੀਂ ਹੋਏਗਾ। ਆਪ ਨੂੰ ਇਹਨਾਂ 9ਵੀਂ 10ਵੀਂ 11ਵੀਂ 12ਵੀਂ ਦੀ ਬੁੱਕ ਦੇ ਅੰਦਰੋਂ ਹੀ ਹੋ ਸਕਦਾ ਲੈ ਲਈ। ਮੈਂ ਕੋਈ ਇੱਥੇ ਆਪ ਨੂੰ ਇਹ ਨਹੀਂ ਸਬੂਤ ਨਹੀਂ ਦੇ ਰਿਹਾ ਕਿ ਵੀ ਇੱਦਾਂ ਹੀ ਹੋਣ ਵਾਲਾ ਹੈ, ਮੈਂ ਇੱਕ ਸੁਝਾਅ ਦੇ ਰਿਹਾ ਹਾਂ ਕਿ ਇਹਨਾਂ ਦੇ ਅੰਦਰੋਂ ਸੰਭਾਵਨਾ ਹੈ। ਜਿਵੇਂ ਕਿ ਆਪਣਾ ਸਿਲੇਬਸ 12ਵੀਂ ਤੱਕ ਹੀ ਇੱਕ ਦਾਇਰਾ ਬਣਾਇਆ ਗਿਆ ਹੈ ਤਾਂ ਉਸ ਦੇ ਅੰਦਰੋਂ ਲੈ ਲਿਆ ਜਾਏ। ਇਸ ਨੂੰ ਇੱਕ ਸੌਖੀ ਜਿਹੀ ਉਦਾਹਰਨ ਨਾਲ ਸਮਝੀਏ। ਜਦੋਂ ਤੁਸੀਂ ਕਿਸੇ ਲੜਕੀ ਨੂੰ, ਹੁਣ ਇੱਥੇ ਇੱਕ ਐਗਜ਼ਾਮਪਲ ਦਿੱਤਾ ਗਿਆ ਸਾਥੀਓ, ਇਸ ਐਗਜ਼ਾਮਪਲ ਦੇ ਮਾਰਫਤ ਪ੍ਰਤੀਕ ਤੇ ਚਿੰਨ੍ਹ ਨੂੰ ਸਮਝਾਇਆ ਗਿਆ ਕਿ ਅਸਲ ਦੇ ਅੰਦਰ ਕੀ ਪ੍ਰਤੀਕ ਨੇ ਤੇ ਕਿਹੜੇ ਚਿੰਨ੍ਹ ਨੇ। ਹੁਣ ਜਦੋਂ ਤੁਸੀਂ ਕਿਸੇ ਲੜਕੀ ਨੂੰ ਵੇਖਦੇ ਹੋ ਜਿਸ ਨੇ ਬਾਹਾਂ ਵਿੱਚ ਚੂੜਾ ਪਹਿਨਿਆ ਹੋਵੇ ਤਾਂ ਤੁਸੀਂ ਝੱਟ ਸਮਝ ਜਾਂਦੇ ਹੋ ਕਿ ਇਹ ਲੜਕੀ ਨਵਵਿਆਹੁਤਾ ਹੈ। ਯਾਨੀ ਹੁਣ ਇੱਥੇ ਇੱਕ ਐਗਜ਼ਾਮਪਲ ਦੇ ਮਾਰਫਤ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਪ੍ਰਤੀਕ ਚਿੰਨ੍ਹ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪ੍ਰਤੀਕ ਤੇ ਚਿੰਨ੍ਹ ਕੀ ਹੁੰਦੇ ਨੇ। ਇਹਦੇ ਲਈ ਉਸਨੇ ਇੱਕ ਉਦਾਹਰਨ ਦਿੱਤਾ ਹੈ ਕਿ ਕੋਈ ਨਵਵਿਆਹੁਤਾ ਕੁੜੀ ਹੈ ਜਿਹੜੀ, ਉਸ ਦੀ ਪਹਿਚਾਣ ਕਿਸ ਤੋਂ ਹੁੰਦੀ ਹੈ? ਉਸ ਦੇ ਬਾਹਾਂ 'ਚ ਪਾਏ ਹੋਏ ਨਵੇਂ ਚੂੜੇ ਤੋਂ ਹੁੰਦੀ ਹੈ। ਕੋਈ ਕੁੜੀ ਦੇ ਬਾਹਾਂ 'ਚ ਜਦੋਂ ਚੂੜਾ ਪਾਇਆ ਹੋਏਗਾ ਤਾਂ ਤੁਹਾਡੇ ਦਿਮਾਗ 'ਚ ਉਹਦੇ ਆਏਗਾ ਕਿ ਇਹ ਨਵਵਿਆਹੁਤਾ ਹੈ, ਯਾਨੀ ਇਸ ਦਾ ਨਵਾਂ ਹੀ ਵਿਆਹ ਹੋਇਆ ਹੈ। ਅਜਿਹਾ ਕਿਉਂ ਹੋਇਆ? ਬਿਨਾਂ ਉਸ ਨਾਲ ਗੱਲ ਕੀਤੇ ਅਤੇ ਬਿਨਾਂ ਉਸ ਦਾ ਵਿਆਹ ਦੇਖੇ ਤੁਸੀਂ ਕਿਵੇਂ ਸਮਝ ਲਿਆ? ਹੁਣ ਇੱਥੇ ਇਹ ਗੱਲ ਆਈ ਨਾ, ਆਪਾਂ ਉੱਪਰ ਇੱਕ ਗੱਲ ਪੜ੍ਹ ਕੇ ਆਏ ਸੀ, ਅਣਕਹੇ ਤੇ ਅਣਵੇਖੇ। ਵੀ ਨਾ ਤਾਂ ਆਪਾਂ ਉਸ ਨੂੰ ਪੁੱਛਿਆ ਵੀ ਤੇਰਾ ਵਿਆਹ ਹੋਇਆ ਜਾਂ ਨਹੀਂ, ਅਤੇ ਨਾ ਹੀ ਆਪਾਂ ਉਸ ਦੇ ਵਿਆਹ ਨੂੰ ਦੇਖਿਆ ਸੀ ਵੀ ਵਿਆਹ ਜਾਂ ਤਾਂ ਆਪਾਂ ਸੁਣਿਆ ਹੋਵੇ ਜਾਂ ਆਪਾਂ ਦੇਖਿਆ ਹੋਵੇ। ਨਾ ਤਾਂ ਆਪਾਂ ਸੁਣਿਆ ਅਤੇ ਨਾ ਹੀ ਦੇਖਿਆ, ਪਰ ਫਿਰ ਵੀ ਆਪਾਂ ਨੂੰ ਪਤਾ ਚੱਲ ਗਿਆ ਕਿਸ ਤੋਂ? ਚੂੜੇ ਤੋਂ। ਤਾਂ ਇਹੀ ਉਹ ਪ੍ਰਤੀਕ ਤੇ ਚਿੰਨ੍ਹ ਨੇ, ਇਹੀ ਗੱਲਾਂ ਸਮਝਾਈਆਂ ਗਈਆਂ ਨੇ ਅਤੇ ਪੇਪਰ ਦੇ ਅੰਦਰ ਵੀ ਆਪ ਨੂੰ ਇਹਨਾਂ ਤੋਂ ਸੰਬੰਧਿਤ ਹੀ ਪ੍ਰਸ਼ਨ ਪੁੱਛੇ ਜਾਣ ਵਾਲੇ ਨੇ।
ਸਿੱਧਾ ਪ੍ਰਸ਼ਨ ਕਾਵੀ ਟੋਟੇ ਦੇ ਅੰਦਰੋਂ ਮੈਨੂੰ ਨਹੀਂ ਲੱਗਦਾ ਕਿ ਪੁੱਛ ਲਿਆ ਜਾਏਗਾ। ਕਿ ਲੜਕੀ ਨਵਵਿਆਹਤਾ ਹੈ, ਉੱਤਰ ਸਪਸ਼ਟ ਹੈ ਕਿ ਉਸਨੇ ਚੂੜਾ ਪਹਿਨਿਆ ਹੋਇਆ ਹੈ। ਇੱਥੇ ਚੂੜਾ ਇੱਕ ਸੱਭਿਆਚਾਰਕ ਪ੍ਰਤੀਕ ਤੇ ਚਿੰਨ੍ਹ ਨੇ। ਹੁਣ ਪ੍ਰਤੀਕ ਤੇ ਚਿੰਨ੍ਹ ਦੇ ਵਜੋਂ ਕੀ ਚੀਜ਼ ਲਈ ਹੈ, ਕਵੀ ਨੇ ਚੂੜਾ ਲੈ ਲਿਆ। ਹੁਣ ਚੂੜੇ ਤੋਂ ਪਤਾ ਚੱਲ ਜਾਏਗਾ ਕਿ ਉਹ ਨਵਵਿਆਹਤਾ ਹੈ। ਕੁਝ ਇਸੇ ਤਰ੍ਹਾਂ ਪ੍ਰਤੀਕ ਤੇ ਚਿੰਨ੍ਹ ਕਵਿਤਾ ਵਿੱਚ ਕਾਰਜਸ਼ੀਲ ਹੁੰਦੇ ਨੇ। ਕਾਰਜਸ਼ੀਲ ਯਾਨੀ ਕੰਮ ਕਰਦੇ ਨੇ। ਕਵਿਤਾ ਦੇ ਅੰਦਰ ਐਸੇ ਤਰੀਕੇ ਯਾਨੀ ਸੌਖੇ ਸ਼ਬਦਾਂ 'ਚ ਆਪਾਂ ਇਉਂ ਕਹਿ ਸਕਦੇ ਹਾਂ ਕਿ ਕਵੀ ਆਪਣੀ ਕਵਿਤਾ ਦੇ ਅੰਦਰ ਸ਼ਬਦ ਵਰਤਦਾ ਹੈ। ਸ਼ਬਦ ਇਸ ਪ੍ਰਕਾਰ ਦੇ ਵਰਤਦਾ ਹੈ ਕਿ ਉਹ ਇੱਕ ਕਥਾ ਨੂੰ ਬਿਆਨ ਕਰ ਜਾਂਦੇ ਨੇ ਕਿ ਨਾ ਤਾਂ ਉਹ ਸੁਣੀ ਹੁੰਦੀ ਹੈ, ਨਾ ਉਹ ਦੇਖੀ ਹੁੰਦੀ ਹੈ, ਪਰ ਫਿਰ ਵੀ ਉਹ ਸ਼ਬਦ ਨੇ ਜਿਹੜੇ ਉਹ ਆਪਾਂ ਨੂੰ ਯਕੀਨ ਕਰਵਾ ਜਾਂਦੇ ਨੇ। ਉਹ ਆਪਣੇ ਮਨ ਦੇ ਉੱਪਰ ਉਸ ਦੀ ਛਾਪ ਛੱਡ ਜਾਂਦੇ ਨੇ ਕਿ ਉਸ ਦਾ ਚਿੱਤਰ ਆਪਣੇ ਦਿਮਾਗ ਦੇ ਉੱਪਰ ਛਪ ਜਾਂਦਾ ਅਤੇ ਪੂਰੀ ਕਹਾਣੀ ਆਪਾਂ ਨੂੰ ਸਮਝ ਆਉਣ ਲੱਗਦੀ ਹੈ। ਜਿਵੇਂ ਚੂੜਾ ਦੇਖ ਕੇ ਕਿਸੇ ਦੇ ਨਵਵਿਆਹਤਾ ਦੇ ਹੋਣ ਦਾ ਆਪਾਂ ਨੂੰ ਯਕੀਨ ਹੋ ਜਾਂਦਾ ਹੈ। ਠੀਕ ਉਸੇ ਤਰੀਕੇ ਦੇ ਨਾਲ ਇੱਕ ਉਦਾਹਰਨ ਦੇ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਰ ਇਸ ਤੋਂ ਬਾਅਦ ਆਪਾਂ ਹੁਣ ਦੇਖਦੇ ਹਾਂ ਕੁਝ ਪ੍ਰਤੀਕ ਤੇ ਚਿੰਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਪੇਪਰ ਦੇ ਅੰਦਰ ਇਹ ਇੰਪੋਰਟੈਂਟ ਨੇ। ਤਾਂ ਪ੍ਰਤੀਕ ਚਿੰਨ੍ਹ ਦੀ ਹੇਠ ਲਿਖੇ ਮੁੱਖ ਲੱਛਣ ਕੀ ਹੁੰਦੇ ਨੇ, ਇਹ ਇੱਥੇ ਦੱਸਿਆ ਗਿਆ ਹੈ ਤੇ ਇਹਨਾਂ ਨੂੰ ਆਪਾਂ ਦੇਖ ਲੈਂਦੇ ਹਾਂ। ਸਭ ਤੋਂ ਪਹਿਲੇ ਊੜਾ ਨੰਬਰ ਆ ਜਾਂਦਾ ਹੈ। ਪ੍ਰਤੀਕ ਅਣਦਿਸਦੇ ਦੀ ਪ੍ਰਤੀਨਿਧਤਾ ਕਰਦਾ ਹੈ। ਪ੍ਰਤੀਕ ਕਿਹੜਾ ਹੁੰਦਾ ਹੈ, ਅਣਦਿਸਦੇ ਦੀ ਪ੍ਰਤੀਨਿਧਤਾ ਕਰਦਾ, ਯਾਨੀ ਜਿਹੜਾ ਦਿਖਾਈ ਨਹੀਂ ਦੇ ਰਿਹਾ ਪਰ ਫਿਰ ਵੀ ਉਸ ਦੀ ਮੌਜੂਦਗੀ ਦਾ ਅਹਿਸਾਸ ਕਰਵਾਉਂਦਾ ਹੈ, ਉਹਨੂੰ ਆਪਾਂ ਪ੍ਰਤੀਕ ਆਖਦੇ ਹਾਂ। ਹੁਣ ਆੜਾ ਨੰਬਰ ਆਪਣੇ ਕੋਲ ਆ ਜਾਂਦਾ ਹੈ। ਪ੍ਰਤੀਕ ਸਾਡੇ ਮਨਾਂ ਵਿੱਚ ਤੁਰਤ ਫੁਰਤ ਕੋਈ ਭਾਵਨਾ ਉਜਾਗਰ ਕਰ ਦਿੰਦਾ। ਹੁਣ ਜਿਵੇਂ ਚੂੜਾ ਦੇਖਿਆ ਤਾਂ ਤੁਹਾਡੇ ਦਿਮਾਗ ਦੇ ਅੰਦਰ ਵਿਚਾਰ ਆ ਗਿਆ ਨਾ ਵੀ ਇਸ ਦਾ ਵਿਆਹ ਹੋਇਆ ਹੈ, ਫਿਰ ਤੁਸੀਂ ਉਸ ਵਿਆਹ ਦੇ ਬਾਰੇ ਸੋਚਣ ਲੱਗੋਗੇ। ਤਾਂ ਪ੍ਰਤੀਕ ਦਾ ਕੰਮ ਕੀ ਹੈ, ਸਾਡੇ ਮਨ ਦੇ ਅੰਦਰ ਤੁਰੰਤ ਉਸ ਦੀ ਭਾਵਨਾ ਨੂੰ ਉਜਾਗਰ ਕਰ ਦੇਣਾ। ਇਹ ਪ੍ਰਤੀਕ ਦਾ ਅਸਲ ਦੇ ਅੰਦਰ ਕੰਮ ਆ ਜਾਂਦਾ ਹੈ। ਫਿਰ ਈਡੀ ਨੰਬਰ ਹੈ। ਪ੍ਰਤੀਕ ਉੱਤੇ ਉਸ ਦੇ ਆਪਣੇ ਸਮੇਂ, ਸਥਾਨ ਤੇ ਸੱਭਿਆਚਾਰਕ ਮਾਹੌਲ ਦੀ ਮੋਹਰ ਛਾਪ ਲੱਗੀ ਹੁੰਦੀ ਹੈ। ਹੁਣ ਇਹ ਗੱਲ ਮੈਂ ਆਪ ਨੂੰ ਪਹਿਲੇ ਹੀ ਦੱਸੀ ਹੈ ਕਿ ਜਦੋਂ ਆਪਾਂ ਉਦਾਹਰਨ ਹੀ ਲੈ ਕੇ ਚੱਲ ਰਹੇ ਹਾਂ, ਜਿਹੜੀ ਆਪਾਂ ਪਹਿਲੇ ਉਦਾਹਰਨ ਪੜ੍ਹ ਕੇ ਆਏ ਨਾ ਉਸੇ ਨੂੰ ਆਧਾਰ ਬਣਾ ਕੇ ਆਪਾਂ ਸਮਝਾਂਗੇ ਤਾਂ ਕਿ ਇਹ ਗੱਲ ਆਪਾਂ ਨੂੰ ਸਮਝ ਆ ਜਾਏ ਕਿ ਅਸਲ ਦੇ ਅੰਦਰ ਪ੍ਰਤੀਕ ਤੇ ਚਿੰਨ੍ਹ ਕੀ ਹੁੰਦੇ ਨੇ। ਜਿਵੇਂ ਉਹ ਚੂੜੇ ਦਾ ਖਿਆਲ ਆਇਆ ਤਾਂ ਆਪਣੇ ਮਨ ਦੇ ਉੱਪਰ ਉਸ ਦੀ ਛਾਪ ਪਾਈ ਤਾਂ ਤੁਰੰਤ ਆਪਣੀ ਭਾਵਨਾ ਹੈ ਜਿਹੜੀ ਉਹ ਉਜਾਗਰ ਹੋਈ। ਸੋਚਣ ਲੱਗੇ ਅਸੀਂ ਕਿ ਉਹਦਾ ਵਿਆਹ ਕਿੱਦਾਂ ਹੋਇਆ ਹੋਏਗਾ, ਕਿੰਨੇ ਕੁ ਉਸ ਦੇ ਅੰਦਰ ਸ਼ਗਨ ਹੋਏ ਹੋਣਗੇ, ਖੁਸ਼ੀਆਂ ਮਨਾਈਆਂ ਗਈਆਂ ਹੋਣਗੀਆਂ, ਸੱਭਿਆਚਾਰਕ ਮਾਹੌਲ ਕੀ ਹੋਏਗਾ, ਕਿੱਦਾਂ ਉਸ ਦੇ ਅੰਦਰ ਸਾਡੀ ਜਿਹੜੀ ਸੰਸਕ੍ਰਿਤੀ ਦੀ ਝਲਕ ਨੇ ਆਪਣਾ ਸਥਾਨ ਬਣਾਇਆ ਹੋਏਗਾ। ਅਤੇ ਇਹ ਸਾਰੀਆਂ ਗੱਲਾਂ ਆਪਣੇ ਦਿਮਾਗ ਦੇ ਅੰਦਰ ਛਪਣ ਲੱਗ ਜਾਂਦੀਆਂ ਸਟੈਪ ਬਾਈ ਸਟੈਪ। ਇਹਨੂੰ ਹੀ ਆਪਾਂ ਕੀ ਕਹਿੰਦੇ ਹਾਂ, ਪ੍ਰਤੀਕ ਕਹਿੰਦੇ ਹਾਂ। ਫਿਰ ਸੱਸਾ ਨੰਬਰ ਆ ਜਾਂਦਾ। ਪ੍ਰਤੀਕ ਆਪਣੇ ਖਾਸ ਅਰਥਾਂ ਵਿੱਚ ਕਾਫੀ ਹੱਦ ਤੱਕ ਰੂੜ ਹੋ ਜਾਂਦਾ ਹੈ। ਹੁਣ ਇਹ ਗੱਲ ਬੜੀ ਜ਼ਰੂਰੀ ਹੈ। ਪ੍ਰਤੀਕ ਹੈ ਜਿਹੜਾ ਆਪਣੇ ਖਾਸ ਅਰਥਾਂ ਵਿੱਚ ਕਾਫੀ ਹੱਦ ਤੱਕ ਰੂੜ ਹੋ ਜਾਂਦਾ ਹੈ, ਯਾਨੀ ਇਹ ਉਹ ਹੁੰਦੇ ਨੇ ਜਿਹੜੇ ਇੱਕ ਤੋਂ ਬਾਅਦ ਇੱਕ ਲਗਾਤਾਰ ਉਹਨਾਂ ਘਟਨਾਕ੍ਰਮਾਂ ਦਾ ਅਨੁਸਰਣ ਕਰਦੇ ਨੇ। ਤਾਂ ਆਪਾਂ ਇਉਂ ਕਹੀਏ ਯਾਨੀ ਉਹ ਰਸਮਾਂ ਹੁੰਦੀਆਂ ਨੇ, ਉਹ ਰਿਵਾਜ਼ ਹੁੰਦੇ ਨੇ, ਕੁਝ ਉਹ ਨਿਯਮ ਕਾਨੂੰਨ ਕਾਇਦੇ ਹੁੰਦੇ ਨੇ ਸਾਡੇ ਸਮਾਜ ਦੇ, ਜਿਨ੍ਹਾਂ ਨੂੰ ਅਸੀਂ ਸੰਸਕ੍ਰਿਤੀ ਦਾ ਨਾਮ ਦਿੰਦੇ ਹਾਂ, ਜਿਸ ਨੂੰ ਅਸੀਂ ਸੱਭਿਆਚਾਰ ਦਾ ਵੀ ਨਾਮ ਦੇ ਦਿੰਦੇ ਹਾਂ, ਉਸ ਦਾ ਹਿੱਸਾ ਹੋ ਸਕਦੇ ਨੇ। ਤਾਂ ਉਹ ਇੱਕ ਤੋਂ ਬਾਅਦ ਦੂਜੇ ਉਸੇ ਸਟੈਪ ਦੇ ਅੰਦਰ ਚੱਲਦੇ ਨੇ। ਜਿਵੇਂ ਹੁਣ ਵਿਆਹ ਦਾ ਨਾਮ ਲੈਂਦੇ ਸਾਰ ਤੁਹਾਨੂੰ ਵਿਆਹ ਦਾ ਪੂਰਾ ਦ੍ਰਿਸ਼ ਸਾਹਮਣੇ ਦਿਮਾਗ ਦੇ ਉੱਪਰ ਛਪ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਰਸਮਾਂ ਹੁੰਦੀਆਂ ਨੇ, ਬਰਾਤ ਦੀ ਰਵਾਨਗੀ ਹੁੰਦੀ ਹੈ, ਪਹੁੰਚ ਹੁੰਦੀ ਹੈ, ਸ਼ਗਨ ਕੀਤੇ ਜਾਂਦੇ ਨੇ। ਤਾਂ ਉਹ ਸਾਰਾ ਡਾਇਗ੍ਰਾਮ ਹੈ ਜਿਹੜਾ ਤੁਹਾਡੇ ਦਿਮਾਗ ਦੇ ਉੱਪਰ ਤੁਰੰਤ ਛਪ ਜਾਏਗਾ। ਇਹ ਉਹਨਾਂ ਪ੍ਰਤੀਕਾਂ ਦੇ ਕਾਰਨ ਹੈ। ਪ੍ਰਤੀਕ ਯਾਨੀ ਉਹ ਸ਼ਬਦ ਜਿਹੜੇ ਇੱਕ ਇੱਕ ਸ਼ਬਦ ਲਾਏ ਨੇ, ਜਿਹੜੇ ਅੱਗੇ ਉਸ ਦੀ ਭੂਮਿਕਾ ਖੁਦ ਹੀ ਉਹ ਇੱਕ ਇਕੱਲਾ ਸ਼ਬਦ ਲਿਖ ਦਿੰਦੇ ਨੇ। ਫਿਰ ਹਾਹਾ ਨੰਬਰ ਆ ਜਾਂਦਾ। ਪ੍ਰਤੀਕ ਕਾਵੀ ਦੀ ਪ੍ਰਗਟਾਊ ਸ਼ੈਲੀ ਦਾ ਹੀ ਇੱਕ ਅੰਗ ਹੈ। ਹੁਣ ਦੂਜੇ ਸ਼ਬਦਾਂ 'ਚ ਕਹਿ ਸਕਦੇ ਹਾਂ ਕਿ ਕਵੀ ਦੇ ਪ੍ਰਗਟਾਉਣ ਦੀ ਸ਼ੈਲੀ ਹੈ ਜਿਹੜੀ ਆਰਟ ਆਫ ਐਕਸਪ੍ਰੈਸ਼ਨ ਅਸੀਂ ਜਿਸ ਨੂੰ ਕਹਿ ਦਿੰਦੇ ਹਾਂ, ਉਸ ਦਾ ਇੱਕ ਢੰਗ ਕਹਿ ਦਿੰਦੇ ਹਾਂ, ਇੱਕ ਤਰੀਕਾ ਕਹਿ ਦਿੰਦੇ ਹਾਂ। ਸ਼ੈਲੀ ਦੇ ਬਾਰੇ ਵੀ ਆਪਾਂ ਅੱਗੇ ਪੜ੍ਹਾਂਗੇ ਕਿ ਸ਼ੈਲੀ ਅਸਲ ਦੇ ਅੰਦਰ ਹੈ ਕੀ, ਪਰ ਉਹਦਾ ਇੱਕ ਢੰਗ ਕਹਿ ਸਕਦੇ ਹਾਂ ਪ੍ਰਤੀਕ। ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਦੀ ਇੱਕ ਉਦਾਹਰਨ ਨਾਲ ਪ੍ਰਤੀਕ ਚਿੰਨ੍ਹ ਸਪਸ਼ਟ ਕਰਦੇ ਹਾਂ। ਹੁਣ ਇੱਕ ਮੋਹਨ ਸਿੰਘ ਦੀ ਕਵਿਤਾ ਹੈ ਜਿਸ ਦੇ ਰਾਹੀਂ ਆਪਾਂ ਪ੍ਰਤੀਕ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਅਤੇ ਸਪਸ਼ਟ ਕਰਾਂਗੇ ਕਿ ਕਿਸ ਤਰੀਕੇ ਦੇ ਪ੍ਰਤੀਕ ਇਸ ਦੇ ਅੰਦਰ ਵਰਤੇ ਗਏ ਨੇ।
ਤਾਂ ਹੁਣ ਇੱਥੇ ਆਪਣੇ ਕੋਲੇ ਦੋ ਟੋਇਆਂ ਵਿੱਚ ਭੌਂ ਟੁੱਟੀ, ਇੱਕ ਮਹਿਲਾਂ ਦਾ ਇੱਕ ਢੋਕਾਂ ਦਾ, ਦੋ ਧੜਿਆਂ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦਾ ਇੱਕ ਜੋਕਾਂ ਦਾ। ਤਾਂ ਇਹ ਮੋਹਨ ਸਿੰਘ ਦੀ ਕਵਿਤਾ ਹੈ। ਇੱਥੇ ਤੁਸੀਂ ਕੁਝ ਪ੍ਰਤੀਕ ਚਿੰਨ੍ਹ ਵਰਤੇ ਗਏ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ। ਜਿਵੇਂ ਕਿ ਇੱਥੇ ਇੱਕ ਮਹਿਲਾਂ ਦਾ ਦੱਸਿਆ ਗਿਆ, ਇੱਕ ਢੋਕਾਂ ਦਾ ਦੱਸਿਆ ਗਿਆ ਹੈ, ਜਿਨ੍ਹਾਂ ਦੇ ਅੰਦਰ ਦੁਨੀਆ ਵੰਡੀ ਹੋਈ ਹੈ। ਕਿਹਨਾਂ ਦੀ? ਇੱਕ ਲੋਕਾਂ ਦੀ ਅਤੇ ਇੱਕ ਜੋਕਾਂ ਦੀ। ਇਹ ਪ੍ਰਤੀਕ ਦੇ ਵਜੋਂ ਵਰਤੇ ਗਏ ਨੇ। ਹੁਣ ਇਹਨੂੰ ਆਪਾਂ ਸਮਝਾਂਗੇ ਤਾਂ ਬੜਾ ਹੀ ਸੁਖਾਲਾ ਆਪਦੇ ਸਮਝ ਦੇ ਅੰਦਰ ਆ ਜਾਏਗਾ। ਇੱਥੇ ਸਮਝਾਇਆ ਹੋਇਆ ਵੀ ਹੈ। ਇੱਥੇ ਕਵੀ ਜਮਾਤੀ ਭਾਵਨਾ ਦੇ ਸ਼ਿਕਾਰ ਹੋਏ ਲੋਕਾਂ ਦੀ ਗੱਲ ਕਰਦਾ ਹੋਇਆ 3 ਸ਼ਬਦ ਵਰਤਦਾ ਹੈ, ਮਹਿਲਾਂ, ਢੋਕਾਂ ਅਤੇ ਜੋਕਾਂ। ਇਹ ਗੱਲ ਨੋਟ ਕਰ ਲੈਣਾ, ਮਹਿਲਾਂ, ਢੋਕਾਂ ਅਤੇ ਇਸ ਦੇ ਨਾਲ ਨਾਲ ਉਹ ਵੰਡਦਾ ਹੈ ਜੋਕਾਂ ਸ਼ਬਦ। ਇਹ 3 ਸ਼ਬਦ ਵਰਤਦਾ ਹੈ ਆਪਣੀ ਕਵਿਤਾ ਦੇ ਅੰਦਰ। ਇਹ ਤਿੰਨੋਂ ਸ਼ਬਦ ਇਸ ਕਵਿਤਾ ਵਿੱਚ ਪ੍ਰਤੀਕ ਨੇ। ਇਸ ਕਵਿਤਾ ਦੇ ਅੰਦਰ ਇਹ 3 ਸ਼ਬਦ ਕੀ ਆਏ ਨੇ? ਪ੍ਰਤੀਕ ਦੇ ਵਜੋਂ ਆਏ ਨੇ, ਜਿਹੜੇ ਲੰਬੇ ਚੌੜੇ ਅਰਥਾਂ ਦਾ ਬਿਆਨ ਕਰ ਰਹੇ ਨੇ। ਇਸ ਤੋਂ ਪਹਿਲੇ ਕਿ ਆਪਾਂ ਇਸ ਪੁਆਇੰਟ ਨੂੰ ਹੋਰ ਅੱਗੇ ਸਮਝੀਏ, ਮੈਂ ਇੱਥੇ ਦੱਸਣਾ ਚਾਹਾਂਗਾ ਕਿ ਆਪ ਨੂੰ ਜੋ ਪੇਪਰ ਦੇ ਅੰਦਰ ਪ੍ਰਸ਼ਨ ਮਿਲਣ ਵਾਲਾ ਹੈ, ਮੰਨ ਲਓ ਪ੍ਰਤੀਕ ਤੋਂ ਸੰਬੰਧਿਤ ਪ੍ਰਸ਼ਨ ਆਇਆ, ਤਾਂ ਉਹ ਪ੍ਰਤੀਕ ਇਹ ਨਹੀਂ ਕਹੇਗਾ ਕਿ ਇਹਨਾਂ ਵਿੱਚੋਂ ਪ੍ਰਤੀਕ ਕਿਹੜਾ ਹੈ। ਉਹ ਪ੍ਰਤੀਕ ਦੇ ਬਾਰੇ ਪ੍ਰਸ਼ਨ ਪੁੱਛੇਗਾ। ਉਹ ਇਸ ਨੂੰ ਭਾਵ ਦ੍ਰਿਸ਼ਟੀਕੋਣ ਤੋਂ ਪੁੱਛ ਸਕਦਾ ਹੈ। ਉਹ ਪ੍ਰਤੀਕ ਦੇ ਨੂੰ ਆਪਣਾ ਆਧਾਰ ਬਣਾ ਕੇ ਪ੍ਰਸ਼ਨ ਘੁਮਾ ਕੇ ਪੁੱਛੇਗਾ, ਸਿੱਧਾ ਨਹੀਂ ਪੁੱਛੇਗਾ। ਇਸ ਦੀ ਪ੍ਰੈਕਟਿਸ ਆਪਾਂ ਅੱਗੇ ਪ੍ਰਸ਼ਨਾਂ ਦੇ ਅੰਦਰ ਵੀ ਕਰ ਲੈਣੀ ਹੈ। ਉੱਚੀਆਂ ਅਟਾਰੀਆਂ ਤੇ ਮਹਿਲਾਂ ਵਿੱਚ ਰਹਿਣ ਵਾਲੀ ਧਨਾਢ ਲੋਕ ਕਹਿਣ ਦੀ ਥਾਂ ਸਿਰਫ ਮਹਿਲਾਂ ਵਰਤਦਾ ਹੈ। ਹੁਣ ਮਹਿਲਾਂ ਕਹਿੰਦੇ ਸਾਰੀ ਗੱਲ ਆਪਣੇ ਦਿਮਾਗ ਦੇ ਅੰਦਰ ਫਿੱਟ ਹੋ ਗਈ ਕਿ ਮਹਿਲ ਦੇ ਅੰਦਰ ਕੌਣ ਰਹਿੰਦਾ ਹੈ? ਅਮੀਰ ਲੋਕ ਰਹਿੰਦੇ ਨਹੀਂ, ਉੱਚਾ ਰਹਿਣ ਸਹਿਣ ਹੁੰਦਾ ਹੈ, ਉਹਨਾਂ ਦੇ ਨੌਕਰ ਚਾਕਰ ਹੁੰਦੇ ਨੇ, ਬਹੁਤ ਵੱਡੀਆਂ ਸੁੱਖ ਸੁਵਿਧਾਵਾਂ ਉਹਨਾਂ ਦੀਆਂ ਹੁੰਦੀਆਂ ਨੇ, ਆਲੀਸ਼ਾਨ ਉਹਨਾਂ ਦਾ ਘਰ ਹੁੰਦਾ। ਇਹ ਸਾਰੇ ਖਿਆਲ ਆਪਣੇ ਤੁਰੰਤ ਜਾਗ ਜਾਂਦੇ ਨੇ। ਇਸੇ ਤਰ੍ਹਾਂ ਕੁਲੀਆਂ ਦੇ ਝੌਂਪੜੀਆਂ ਵਿੱਚ ਰਹਿਣ ਵਾਲੇ ਗਰੀਬ ਲੋਕਾਂ ਲਈ ਕਹਿਣ ਦੀ ਬਜਾਏ ਉਹ ਕਵੀ ਕੀ ਕਹਿੰਦਾ? ਸਿਰਫ ਢੋਕਾਂ ਦੀ ਵਰਤੋਂ ਕਰਦਾ ਹੈ। ਹੁਣ ਗਰੀਬਾਂ ਨੂੰ ਦਿਖਾਉਣ ਦੇ ਲਈ ਉਸਨੇ ਕਿਹੜਾ ਸ਼ਬਦ ਵਰਤਿਆ? ਸਿਰਫ ਢੋਕਾਂ ਸ਼ਬਦ ਵਰਤਿਆ। ਜੋਕਾਂ ਸ਼ਬਦ ਵੀ ਗਰੀਬਾਂ ਦਾ ਲਹੂ ਚੂਸਣ ਵਾਲੇ ਸ਼ੋਸ਼ਕ ਪੂੰਜੀਪਤੀਆਂ ਦਾ ਅਰਥ ਦਿੰਦਾ ਹੈ। ਹੁਣ ਜੋਕ ਕਿਸ ਦੇ ਲਈ ਵਰਤਿਆ? ਜੋਕ ਸਮਝਦੇ ਹੋਣਗੇ ਜਿਹੜਾ ਕਿ ਖੂਨ ਚੂਸਦਾ ਹੈ। ਤਾਂ ਇੱਥੇ ਜੋਕ ਕਿਹਨੂੰ ਕਿਹਾ ਗਿਆ ਹੈ? ਉਹ ਪੂੰਜੀਪਤੀਆਂ ਨੂੰ ਜਿਹੜਾ ਸ਼ੋਸ਼ਣ ਕਰਦੇ ਆ ਸਾਡੇ ਸਮਾਜ ਦੇ ਉਸ ਹੇਠਲੇ ਤਬਕੇ ਦਾ, ਉਹਨਾਂ ਨੂੰ ਉਸਨੇ ਜੋਕ ਕਿਹਾ। ਤਾਂ ਇੱਥੇ 3 ਸ਼ਬਦ ਆ ਗਏ ਆਪਣੇ ਕੋਲੇ, ਮਹਿਲਾਂ, ਢੋਕਾਂ ਅਤੇ ਜੋਕਾਂ। ਇਹ ਤਿੰਨੋਂ ਹੀ ਪ੍ਰਤੀਕ ਨੇ ਜੋ ਕਵਿਤਾ ਵਿੱਚ ਵਿਸ਼ਾਲ ਅਰਥਾਂ ਨੂੰ ਇਸ਼ਾਰੇ ਪ੍ਰਗਟਾਉਂਦੇ। ਯਾਨੀ ਸ਼ਬਦ ਤਾਂ ਕਵੀ ਨੇ 3 ਹੀ ਵਰਤੇ ਹੈ, ਪਰ ਉਸ ਦਾ ਇਸ਼ਾਰਾ ਹੈ ਜਿਹੜਾ ਉਹ ਬਹੁਤ ਵੱਡਾ ਹੈ। ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਇਹ ਤਿੰਨੋਂ ਪ੍ਰਤੀਕ ਨੇ। ਚੰਗਾ ਕਵੀ ਆਪਣੀ ਕਵਿਤਾ ਵਿੱਚ ਜਾਣੇ ਪਛਾਣੇ ਪ੍ਰਤੀਕ ਵਰਤ ਕੇ ਡੂੰਘੇ ਅਰਥਾਂ ਤੇ ਭਾਵਾਂ ਵੱਲ ਇਸ਼ਾਰਾ ਕਰਦਾ ਹੈ। ਸ਼ੇਰ ਬਹਾਦਰੀ ਦਾ, ਗਿੱਦੜ ਕਾਇਰਤਾ ਦਾ ਅਤੇ ਗੰਗਾ ਪਵਿੱਤਰਤਾ ਦਾ ਪ੍ਰਤੀਕ ਹੈ। ਹੁਣ ਗੰਗਾ ਕਹਿੰਦੇ ਸਰ ਦਿਮਾਗ 'ਚ ਆਪਣੇ ਇਹ ਨਹੀਂ ਆਏਗਾ, ਗੰਗਾ ਕਹਿੰਦੇ ਸਰ ਇਹ ਆਏਗਾ ਪਵਿੱਤਰਤਾ ਦੇ ਬਾਰੇ। ਗੰਗਾ ਪਵਿੱਤਰਤਾ ਦੇ ਲਈ ਜਾਣਦੇ ਹਾਂ। ਹੁਣ ਸ਼ੇਰ ਕਹਿਤਾ ਤਾਂ ਇਹਦਾ ਮਤਲਬ ਆਪਾਂ ਨੂੰ ਤੁਰੰਤ ਦਿਮਾਗ 'ਚ ਆਏਗਾ ਕਿ ਬਹੁਤ ਤਾਕਤਵਰ ਇੱਕ ਜੰਗਲ ਦਾ ਜੀਵ ਹੈ। ਤਾਂ ਉਹ ਸ਼ੇਰ ਦੀ ਬਹਾਦਰੀ ਤੋਂ ਪਤਾ ਚੱਲਦਾ ਹੈ। ਗਿੱਦੜ ਜਿਹਨੂੰ ਆਪਾਂ ਕਾਇਰਤਾ ਦੇ ਲਈ ਜਾਣਦੇ ਹਾਂ। ਇਹ ਸਾਰੇ ਇਸ਼ਾਰੇ ਨੇ ਜਿਹੜੇ ਇਹ ਇੱਥੇ ਸ਼ੇਰ ਆਪਾਂ ਇਹ ਕਹਾਂ ਗਿੱਦੜ ਅਤੇ ਗੰਗਾ, ਇਹ ਇੱਕ ਤਰੀਕੇ ਦੇ ਪ੍ਰਤੀਕ ਹੀ ਵਰਤੇ ਗਏ ਨੇ। ਆਪਣੇ ਕੋਲ ਇਹ ਪ੍ਰਤੀਕ ਦੇ ਤੌਰ 'ਤੇ ਆਏ ਨੇ। ਪ੍ਰਤੀਕਾਂ ਦੀ ਵਰਤੋਂ ਨਾਲ ਜਜ਼ਬੇ ਕਵਿਤਾ ਦੀ ਬੋਲੀ ਵਿੱਚ ਅਰਥਾਂ ਅਤੇ ਸੰਚਾਰ ਦੀ ਸਮਰੱਥਾ ਆ ਜਾਂਦੀ ਹੈ। ਉੱਥੇ ਸੰਬੰਧਿਤ ਵਸਤੂ ਦੇ ਗੁਣਾਂ ਦੀ ਭਾਵਨਾ ਸਾਡੇ ਮਨਾਂ ਵਿੱਚ ਝਟਪਟ ਥਰਰਾ ਜਾਂਦੀ ਹੈ। ਤਾਂ ਇਹ ਸੀ ਸਾਥੀਓ ਪ੍ਰਤੀਕ ਦੇ ਬਾਰੇ ਗੱਲਬਾਤ, ਵਿਚਾਰ ਦੇ ਬਾਰੇ ਗੱਲਬਾਤ। ਅਗਲੀ ਕਲਾਸ ਦੇ ਅੰਦਰ ਆਪਾਂ ਕਲਪਨਾ ਅਤੇ ਇਸ ਦੀ ਅਗਲੇ ਤੱਤਾਂ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ। ਇੱਕ ਪੁਆਇੰਟ ਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਅਤੇ ਮੈਨੂੰ ਆਸ ਹੈ ਕਿ ਆਪ ਨੂੰ ਇਹ ਵਧੇਰੇ ਸਮਝ ਆ ਰਿਹਾ ਹੋਵੇਗਾ, ਤਾਂ ਕਿ ਆਪ ਰੀਡ ਦੇ ਅੰਦਰ ਇਸ ਟੌਪਿਕ ਨੂੰ ਬਹੁਤ ਵਧੀਆ ਢੰਗ ਦੇ ਨਾਲ ਠੀਕ ਪ੍ਰਸ਼ਨਾਂ ਦੇ ਜਵਾਬ ਦੇਣ ਦੇ ਅੰਦਰ ਕਾਮਯਾਬ ਹੋ ਜਾਓ। ਅਗਲੀ ਕਲਾਸ ਦੇ ਅੰਦਰ ਇਸ ਦੇ ਬਾਕੀ ਦੇ ਤੱਤ ਲੈ ਕੇ ਹਾਜ਼ਰ ਹੋਵਾਂਗਾ। ਉਦੋਂ ਤੱਕ ਦੇ ਲਈ ਧੰਨਵਾਦ ਸਾਥੀਓ।